ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ, ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਨਾਲ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਇਮੀਗ੍ਰੇਸ਼ਨ ਦੇ ਇੰਪੋਰਟੈਂਟ ਜਿਹੜੇ ਟੌਪਿਕਸ ਆ ਉਹਨਾਂ ਬਾਰੇ ਗੱਲ ਕਰਦੇ ਹਾਂ, ਇੰਪੋਰਟੈਂਟ ਖਬਰਾਂ ਬਾਰੇ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲੀ ਖਬਰ ਹੈ ਕਿ USCIS ਨੇ ਰਿਮੂਵ ਕੀਤਾ ਹੈਗਾ 60 ਡੇ ਰੂਲ ਫॉर ਸਿਵਲ ਸਰਜਨ ਸਿਗਨੇਚਰਸ ਔਨ ਫਾਰਮ I-693। ਇਹ ਇਸ਼ੂ ਹੈ ਜਦੋਂ ਆਪਾਂ ਗ੍ਰੀਨ ਕਾਰਡ ਕੋਈ ਵੀ ਇੱਥੇ ਅਪਲਾਈ ਕਰਦਾ ਅਮਰੀਕਾ ਦੇ ਵਿੱਚ, ਉਹਨੂੰ ਮੈਡੀਕਲ ਕਰਾਉਣਾ ਪੈਂਦਾ ਤੇ ਉਹ ਮੈਡੀਕਲ ਦੇ ਵਿੱਚ ਜਿਹੜੀ ਹੈਗੀ ਆ ਉਹ ਜਿਹੜੇ ਅਪਰੂਵਡ ਡਾਕਟਰਸ ਹੈਗੇ ਆ ਉਹ ਇਹਨੂੰ ਜਿਹੜਾ ਉਹ ਕਰਦੇ ਆ ਇਮੀਗ੍ਰੇਸ਼ਨ ਦੇ, ਤੇ ਉਹਨਾਂ ਨੇ ਇੱਕ ਫਾਰਮ ਹੁੰਦਾ ਇਮੀਗ੍ਰੇਸ਼ਨ ਦਾ I-693, ਉਹ ਸਾਈਨ ਕਰਨਾ ਹੁੰਦਾ। ਤੇ ਇੱਥੇ ਪਹਿਲਾ ਰੂਲ ਇਹ ਸੀਗਾ ਕਿ ਜਿਹੜਾ ਫਾਰਮ ਹੈ ਉਹ 60 ਦਿਨ ਦੇ ਵਿੱਚ ਸਾਈਨ ਹੋਇਆ ਹੋਣਾ ਚਾਹੀਦਾ 485 ਦੀ ਐਪਲੀਕੇਸ਼ਨ ਲਈ, ਉਹਨੂੰ ਅਡਜੂਡੀ ਕਰਨ ਤੋਂ ਪਹਿਲਾਂ। So USCIS is removing the requirement that civil surgeon signs form I-693, the report of immigration, medical examination and vaccination record no more than 60 days before an individual applies for an underlying immigration benefit, including I-485 application to register permanent residence or adjust status। ਇਹ ਜਿਹੜਾ ਰੂਲ ਇਹ ਸੀਗਾ ਵੀ ਜਦੋਂ ਵੀ ਤੁਸੀਂ ਅਪਲਾਈ ਕਰਦੇ ਆ, ਜਿਹੜਾ ਉਹ ਮੈਡੀਕਲ ਆ ਉਹ 60 ਦਿਨ ਤੋਂ ਪੁਰਾਣਾ ਨਹੀਂ ਚਾਹੀਦਾ, ਉਹ 60 ਦਿਨ ਦੇ ਅੰਦਰ ਬਣਿਆ ਚਾਹੀਦਾ। ਪਰ ਹੁਣ ਜਿਹੜਾ ਇਮੀਗ੍ਰੇਸ਼ਨ ਹੈ ਨੇ ਇਹ 'ਚ ਰਿਲੈਕਸੇਸ਼ਨ ਦੇਤੀ ਆ। The policy update will allow USCIS to adjudicate cases with immigration medical examinations that would previously have been considered invalid। ਉਹ ਕਹਿੰਦੇ ਆ ਵੀ ਜੇ 60 ਦਿਨ ਤੋਂ ਉੱਪਰ ਵੀ ਹੋ ਜਾਣ ਫਿਰ ਵੀ ਉਹ ਐਕਸੈਪਟ ਕਰਨਗੇ, ਤਾਂ ਕਿ RFE ਜਿਹੜੀ ਆ ਉਹ ਨਹੀਂ ਭੇਜਣਗੇ ਰਿਕੁਐਸਟ ਫॉर ਐਵੀਡੈਂਸ ਜਿਹੜੀ ਹੁੰਦੀ ਆ ਕਿ ਸਾਨੂੰ ਮੈਡੀਕਲ ਦੁਬਾਰਾ ਦਿਓ। ਤੇ ਉਹ ਕਹਿੰਦੇ ਆ ਵੀ ਜੇ 60 ਦਿਨ ਤੋਂ ਪੁਰਾਣਾ ਵੀ ਹੋਵੇ ਤਾਂ ਵੀ ਕਰਨਗੇ। ਤੇ ਇਹ ਜਿਹੜੀ ਮਿਆਦ ਹੈ ਇਹਦੀ 2 ਸਾਲ ਹੋਏਗੀ ਕਿ ਜੇ ਤੁਸੀਂ ਮੈਡੀਕਲ ਕਰਾਇਆ ਤਾਂ 2 ਸਾਲ ਦੇ ਵਿੱਚ ਦੁਬਾਰਾ ਨਹੀਂ ਕਰਾਉਣਾ ਪਏਗਾ। ਇਹ ਵੱਡੀ ਰਾਹਤ ਹੈ ਕਿਉਂਕਿ ਆਮ ਤੌਰ ਤੇ ਇਮੀਗ੍ਰੇਸ਼ਨ ਇਹਨਾਂ ਕੇਸਾਂ ਡਿਲੇ ਹੁੰਦੀ ਆ, ਉਹ ਕਈ ਵਾਰੀ ਦੁਬਾਰਾ ਮੈਡੀਕਲ ਮੰਗਦੀ ਸੀ। ਤੇ ਹੁਣ ਉਹ ਕਹਿੰਦੇ ਆ ਵੀ ਉਹ 60 ਦਿਨ ਦਾ ਜਿਹੜਾ ਰੂਲ ਆ ਵੀ 60 ਦਿਨ ਪੁਰਾਣਾ ਹੀ ਚਾਹੀਦਾ ਮੈਡੀਕਲ, ਉਹ ਇਹਨਾਂ ਨੇ ਰਿਮੂਵ ਕਰਤਾ ਤੇ ਹੁਣ ਇਹ ਕਿਹਾ ਵੀ ਇਹਨੂੰ ਐਕਸੈਪਟ ਕਰਨਗੇ। ਉਦੋਂ ਬਾਅਦ ਅਗਲੀ ਹੈ ਕਿ ਜਿਹੜਾ ਫੀਨਿਕਸ ਲੌਕ ਬਾਕਸ ਹੈ ਜਿੱਥੇ ਕਾਫੀ ਕੇਸ ਜਾਂਦੇ ਆ, ਉਹਦਾ ਇਹਨਾਂ ਨੇ ਐਡਰੈਸ ਚੇਂਜ ਕੀਤਾ ਹੁਣ। ਤੇ ਉਹ ਤੁਸੀਂ ਜਿਹੜਾ ਇਹਨਾਂ ਨੇ ਕਿਹਾ ਵੀ ਜਿਹੜਾ ਫਾਈਲਿੰਗ ਐਡਰੈਸ ਹੈ ਕੋਰੀਅਰ ਸਰਵਿਸਿਜ਼ ਦਾ, ਉਹ ਇਹਨਾਂ ਨੇ ਚੇਂਜ ਕਰਤਾ ਤੇ ਉਹ ਐਡਰੈਸ ਹੁਣ ਨਵਾਂ ਹੋ ਗਿਆ। ਉਹ ਜਿਹੜੀ USCIS ਜਿਹੜੀ ਵੈਬਸਾਈਟ ਆ ਉਹ 'ਤੇ ਜਾ ਕੇ ਜਾਂ ਜਿਹਨੇ ਜੋ ਵੀ ਫਾਰਮ ਭੇਜਣਾ ਉੱਥੇ ਫੀਨਿਕਸ ਉਹਦੇ ਵਿੱਚ ਉਹ ਅਪਡੇਟ ਹੋਏਗੀ, ਉਹ ਨਵੇਂ ਐਡਰੈਸ 'ਤੇ ਜਾਏਗਾ। ਜਿਹੜਾ ਪੋਸਟ ਬਾਕਸ ਦਾ ਜਿਹੜਾ ਐਡਰੈਸ ਹੈਗਾ PO ਬਾਕਸ ਜਿਹੜਾ ਉਹ ਤਾਂ ਸੇਮ ਹੀ ਆ, ਜੇ ਫਿਜ਼ੀਕਲੀ ਮੇਲ ਕਰਨਾ ਉਹ ਇਹਨਾਂ ਨੇ ਚੇਂਜ ਕੀਤਾ। ਇਹ ਤੋਂ ਬਾਅਦ ਅਗਲੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਹੈ ਜੀ ਉਹ ਹੈਗੀ ਆ ਕਿ ਜਿਹੜਾ H-1B ਦਾ ਹੈਗਾ ਉਹ ਕੈਪ ਰੀਚ ਹੋ ਗਿਆ। ਸੋ USCIS has received enough electronic registrations during the initial registration period to reach the fiscal year 2024 H-1B numerical allocations। H-1B ਜਿਹੜੇ ਹੁੰਦੇ ਆ ਉਹ ਕੰਮ ਦੀ ਬੇਸ 'ਤੇ ਅਪਲਾਈ ਕਰਦੇ ਆ, ਖਾਸ ਕਰਕੇ ਜਿਹੜੇ ਹਾਈਲੀ ਐਜੂਕੇਟਡ ਬੰਦੇ ਆ, ਤੇ ਉਹਦਾ ਹਰ ਸਾਲ ਕੋਟਾ ਹੁੰਦਾ, ਕੈਪ ਹੁੰਦਾ। ਤੇ ਉਹ ਹੁਣ ਇਮੀਗ੍ਰੇਸ਼ਨ ਨੇ ਕਿਹਾ ਵੀ ਜਿਹੜਾ ਕੈਪ ਹੈਗਾ ਸਾਲ ਦਾ ਉਹ ਪੂਰਾ ਹੋ ਗਿਆ ਆਲਰੇਡੀ। ਤੇ ਇਹਦੇ 'ਚ ਹੁਣ ਜਿਹੜੇ ਵੀ ਹੁਣ ਬੰਦੇ ਸਿਲੈਕਟ ਹੋਣਗੇ ਤੇ ਉਹਨਾਂ ਨੇ ਕਿਹਾ ਵੀ ਕੈਪ ਜਿਹੜਾ ਹੈਗਾ ਇਹ ਅਸੀਂ ਰੀਚ ਕਰ ਲਿਆ, ਵੀ ਹੋਰ ਜ਼ਿਆਦਾ ਹੁਣ ਐਪਲੀਕੇਸ਼ਨਾਂ ਲੈਣ ਦੀ ਗੁੰਜਾਇਸ਼ ਨਹੀਂ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਇਹ ਆ ਕਿ ਅਮਰੀਕਾ ਤੇ ਕੈਨੇਡਾ ਨੇ ਇੱਕ ਸੇਫ ਥਰਡ ਕੰਟਰੀ ਅਗਰੀਮੈਂਟ ਕੀਤਾ ਆ। ਤੇ ਇਹ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਬਾਈਡਨ ਤੇ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਵਿਚਾਰੇ ਸਮਝੌਤਾ ਹੋਇਆ ਤੇ ਇਹ ਮਾਰਚ 25 ਤੋਂ ਲਾਗੂ ਆ। ਤੇ ਅਗਰੀਮੈਂਟ ਜਿਹੜੀ ਸਾਈਨ ਵੈਸੇ ਹੋਈ ਆ ਉਹ ਹੋਈ ਹੈਗੀ ਆ ਮਾਰਚ 29 ਨੂੰ। ਤੇ ਇਹਦੇ 'ਚ ਬੇਸਿਕਲੀ ਉਹ ਇਹ ਕਹਿ ਰਹੇ ਆ ਕਿ ਜਿਹੜਾ ਬੰਦੇ ਕ੍ਰਾਸ ਕਰਨਗੇ, ਖਾਸ ਕਰਕੇ ਇੱਥੋਂ ਜਿਹੜੇ ਕ੍ਰਾਸ ਕਰਕੇ ਕੈਨੇਡਾ ਜਾਂਦੇ ਆ, ਤੇ ਸੇਫ ਥਰਡ ਕੰਟਰੀ ਅਗਰੀਮੈਂਟ ਆ STCA, ਜਿਹੜਾ ਕਿ ਬਹੁਤ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਸੀ ਜਾਰਜ ਬੁਸ਼ ਉਹਨੇ ਸਾਈਨ ਕੀਤਾ ਸੀ 2004 ਦਸੰਬਰ 'ਚ। ਇਹਦੇ 'ਚ ਇਹ ਆ ਕਿ ਅੰਡਰ ਦਾ STCA ਕੈਨੇਡੀਅਨ ਅਫੀਸ਼ੀਅਲਸ ਕੈਨ ਟਰਨ ਬੈਕ ਅਸਾਈਲਮ ਸੀਕਰਸ ਹੂ ਹੈਵ ਪਾਸ ਥਰੂ ਦ US ਬਿਫੋਰ ਅਰਾਈਵਿੰਗ ਇਨ ਕੈਨੇਡਾ। ਕਿ ਜਿਹੜੇ ਇੱਥੋਂ ਅਮਰੀਕਾ ਤੋਂ ਕੈਨੇਡਾ ਜਾਂਦੇ ਆ ਲੰਘ ਕੇ, ਉਹ ਜਿਹੜੀ ਕੈਨੇਡੀਅਨ ਅਥਾਰਟੀਜ਼ ਆ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਕਿ ਪਹਿਲਾਂ ਅਸਾਈਲਮ ਅਮਰੀਕਾ 'ਚ ਲਾਓ
ਤੇ ਉਹ ਕਹਿੰਦਾ ਵੀ ਜਿਹੜੇ ਅਮਰੀਕਾ ਦਾ ਜਿਹੜਾ ਸਿਸਟਮ ਹੈ ਅਸਾਈਲਮ ਦਾ ਬੜਾ ਫੇਅਰ ਆ, ਤੇ ਜਿਹੜੇ ਇੱਥੇ ਪਹਿਲਾਂ ਸ਼ੋਅ ਕਰੋ ਵੀ ਕੇਸ ਫੇਲ ਹੋਇਆ ਜਾਂ ਤੁਸੀਂ ਲਾਇਆ ਸੀ ਜਾਂ ਅਪੀਲ ਪ੍ਰੋਸੈਸ ਖਤਮ ਹੋ ਗਿਆ ਤੁਹਾਡਾ, ਜੇ ਨਹੀਂ ਲਾਇਆ ਤੇ ਤੁਸੀਂ ਉੱਥੇ ਕਹਿੰਦੇ ਕੈਨੇਡਾ ਤੋਂ ਇੱਥੋਂ ਜਾ ਕੇ ਅਸਾਈਲਮ ਲਾਉਣਾ, ਤੇ ਉਹ ਕਹਿੰਦੇ ਪਹਿਲਾਂ ਇਹ ਦਿਖਾਓ ਵੀ ਅਮਰੀਕਾ 'ਚ ਅਸਾਈਲਮ ਲੱਗਿਆ ਕਿ ਨਹੀਂ ਲੱਗਿਆ। ਤੇ ਹੁਣ ਇਹਨਾਂ ਨੇ ਜਿਹੜੀ ਪਹਿਲਾਂ ਅਗਰੀਮੈਂਟ ਸੀਗੀ ਉਹ ਸਿਰਫ ਜਿਹੜੇ ਪੋਰਟ ਆਫ ਐਂਟਰੀ ਤੇ ਆਉਂਦੇ ਸੀ ਬਾਰਡਰ ਤੇ ਉਹਨਾਂ 'ਤੇ ਲਾਗੂ ਹੁੰਦੀ ਸੀ, ਜਿਹੜੇ ਕਿ ਬਾਰਡਰ ਕ੍ਰਾਸਿੰਗ ਉੱਥੋਂ ਕਰਦੇ ਆ ਜਿੱਥੇ ਕਿ ਇਮੀਗ੍ਰੇਸ਼ਨ ਬੈਠੀ ਹੁੰਦੀ ਆ। ਪਰ ਹੁਣ ਇਹਨਾਂ ਨੇ ਜਿਹੜੇ ਲੋਕੀ ਉੱਦਾਂ ਕ੍ਰਾਸ ਕਰਕੇ ਜਾਂਦੇ ਆ, ਜਿਵੇਂ ਕਿ ਰੌਕਸਹੈਮ ਰੋਡ ਮਤਲਬ ਕ੍ਰਾਸਿੰਗ ਹੈਗੀ ਆ, ਸੋ ਜਿੱਥੇ ਨਹੀਂ ਵੀ ਪੋਰਟ ਆਫ ਐਂਟਰੀ ਹੈਗੀ ਉੱਦਾਂ ਟੱਪ ਕੇ ਆ ਜਾਂਦੇ ਆ, ਉਹਨਾਂ 'ਤੇ ਵੀ ਲਾਗੂ ਕਰਤਾ ਇਹ। ਤੇ ਉਹ ਇਹ ਕਹਿੰਦੇ ਆ ਕਿ ਜਿਹੜੇ ਵੀ ਕਿਸੇ ਨੇ ਅਸਾਈਲਮ ਕਰਨਾ ਉਹ ਪਹਿਲਾਂ ਜਿਹੜੀ ਕੰਟਰੀ 'ਚੋਂ ਲੰਘ ਕੇ ਆਉਂਦਾ, ਖਾਸ ਕਰਕੇ ਅਮਰੀਕਾ ਤੋਂ, ਜੇ ਕੋਈ ਅਮਰੀਕਾ ਤੋਂ ਕੈਨੇਡਾ ਜਾ ਰਿਹਾ ਉਹਨਾਂ 'ਤੇ ਲਾਗੂ ਹੁੰਦਾ ਹੈ, ਤੇ ਉਹ ਅਮਰੀਕਾ ਦੇ ਵਿੱਚ ਪਹਿਲਾਂ ਅਸਾਈਲਮ ਜਿਹੜਾ ਹੈਗਾ ਉਹ ਕਰੇ, ਤੇ ਅਸਾਈਲਮ ਕਰਕੇ ਤੇ ਇੱਥੇ ਉਹਦਾ ਜਿਹੜਾ ਹੈਗਾ ਉਹ ਆਪਣਾ ਫੈਸਲਾ ਡਿੱਕੇ ਵੀ ਕੀ ਆ। ਤੇ ਇਹ ਅਗਰੀਮੈਂਟ ਹੋਇਆ। ਹੁਣ ਇਹਨੂੰ ਆਫਟਰ ਆਲ ਕੋਰਟਾਂ ਦੇ ਵਿੱਚ ਫਿਰ ਚੈਲੰਜ ਹੋਏਗਾ। ਹੁਣ ਦੇਖਣ ਵਾਲੀ ਗੱਲ ਆ ਕਿ ਜਿਹੜੀਆਂ ਕੋਰਟਸ ਹੈਗੀਆਂ ਉਹ 'ਤੇ ਕੀ ਜਿਹੜਾ ਉਹ ਡਿਸਾਈਡ ਮਤਲਬ ਕਰਦੀਆਂ ਨੇ, ਪਰ ਬੜੀ ਇੰਪੋਰਟੈਂਟ ਜਿਹੜੀ ਹੈਗੀ ਆ ਉਹ ਡਿਵੈਲਪਮੈਂਟ ਆ। ਅਗਲੀ ਖਬਰ ਹੈ ਜੀ ਕਿ ਜਿਹੜੇ US ਸਿਟੀਜ਼ਨ ਸਪਾਂਸਰਿੰਗ ਫੈਮਿਲੀ ਮੈਂਬਰਸ ਜੁਆਇਨ ਐਫਰਟ ਟੂ ਡਿਫੈਂਡ ਇਮੀਗ੍ਰੇਸ਼ਨ ਪ੍ਰੋਗਰਾਮ ਇਨ ਕੋਰਟ, ਜਿਹੜਾ ਆਹ 4 ਕੰਟਰੀਆਂ ਵਾਸਤੇ ਪ੍ਰੋਗਰਾਮ ਬਣਾਇਆ ਸੀ ਸਰਕਾਰ ਨੇ। ਇਹ 'ਚ ਹੈਗਾ ਨਿਕਾਰਾਗੂਆ, ਵੈਨਜ਼ੂਏਲਾ, ਹੇਟੀ ਤੇ ਕਿਊਬਾ। ਇਹ ਕੰਟਰੀਆਂ ਦੇ ਜਿਹੜੇ ਬੰਦੇ ਇੱਥੇ ਆਉਂਦੇ ਆ, ਤੇ ਉਹਨਾਂ ਨੇ ਕਿਹਾ ਸੀਗਾ ਕਿ ਬਾਹਰ ਕੋਈ ਬੰਦਾ ਇਹਨਾਂ ਕੰਟਰੀਆਂ ਉਹਨਾਂ ਨੂੰ ਸਪਾਂਸਰ ਕਰਨ ਵਾਲਾ ਹੋਵੇ ਅਮਰੀਕਾ ਦੇ ਵਿੱਚ, ਤੇ ਉਹਨਾਂ ਨੂੰ ਉਹ ਰਿਲੀਜ਼ ਕਰਨਗੇ। ਉਹਨੂੰ ਕਈ ਜਿਹੜੀਆਂ ਰਿਪਬਲਿਕਨ ਲੈਡ ਸਟੇਟ ਸੀ ਉਹਨਾਂ ਨੇ ਚੈਲੰਜ ਕੀਤਾ ਵੀ ਇਹ ਗਲਤ ਆ। ਉਹਦੇ ਵਿੱਚ ਹੁਣ ਜਿਹੜੇ ਉਹਨਾਂ ਨੂੰ ਰੈਪਰੈਜ਼ੈਂਟ ਕਰਦੇ ਨੇ ਇਹ 4 ਮੁਲਕਾਂ ਦੇ ਬੰਦਿਆਂ ਨੂੰ, ਜਿਹੜੇ ਕਿ ਮੈਂ ਫੇਰ ਪੜ੍ਹਦਾ, ਨਿਕਾਰਾਗੂਆ, ਵੈਨਜ਼ੂਏਲਾ, ਹੇਟੀ ਤੇ ਕਿਊਬਾ। ਉਹਨਾਂ ਨੇ ਵੀ ਉਹਦੇ 'ਚ ਆਪਣਾ ਜਿਹੜਾ ਪੱਖ ਰੱਖਿਆ ਤੇ ਕਿਹਾ ਹੈਗਾ ਕਿ ਅਸੀਂ ਇਹਨੂੰ ਜਿਹੜਾ ਉਹ ਸਾਡੀ ਗੱਲ ਵੀ ਜਿਹੜੀ ਆ ਉਹ ਸੁਣੀ ਜਾਵੇ। ਹੁਣ ਇਹ ਆ ਕਿ ਸਟੇਟ ਡਿਪਾਰਟਮੈਂਟ ਨੇ ਅਨਾਊਂਸ ਕੀਤਾ ਕਿ ਉਹਨਾਂ ਨੇ ਜਿਹੜਾ ਫੀ ਵਧਾਤੀ ਆ 15% ਜਿਹੜੀਆਂ ਟਰੈਵਲ ਵੀਜ਼ਾ ਦੇ ਵਾਸਤੇ। ਸੋ effective May 30, 2023, the fee for B1, B2 visitor visas, border crossing cards for Mexican citizen aged 15 and above, and student and exchange visitor visas will increase 15% from 160 to 185. वो 185 हो जाएगी। फीस फॉर सर्टन नॉन इमीग्रेंट वीज़ाज फॉर टैंपररी वर्कर्स, जिमें H वीज़ा है, L है, O है, P है, Q R है, वो भी 190 तो बढ़ा के 205 हो जाएगा। नाउ इट विल बी 205। ਤੇ ਇੱਕ ਹੋਰ ਖਬਰ ਹੈ ਜੀ ਕਿ ਫਾਇਰ ਜਿਹੜੀ ਆ ਉਹ ਬਰੋਕ ਆਊਟ ਹੋਈ, ਅੱਗ ਲੱਗੀ ਆ ਇੱਕ ਮਾਈਗਰੈਂਟ ਡਿਟੈਂਸ਼ਨ ਸੈਂਟਰ ਜਿਹੜਾ ਕਿ US ਮੈਕਸੀਕੋ ਬਾਰਡਰ ਤੇ ਆ, ਤੇ ਉਹਦੇ ਵਿੱਚ ਕਾਫੀ ਲੋਕਾਂ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਗਈ ਆ। ਤੇ ਉਹ ਅੱਗ ਦੇ ਕਾਰਨ ਜਿਹੜੇ ਨੇ ਉਹ ਹੁਣ ਸਰਕਾਰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੀ ਆ। ਤੇ ਇਹਦੇ ਨਾਲ ਜਿਹੜੀ ਬਾਰਡਰ ਦੀ ਸਿਚੁਏਸ਼ਨ ਆ ਉਹਦੇ ਬਾਰੇ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੇ ਬੰਦੇ ਫੈਮਿਲੀ ਦੇ ਨਾਲ ਕ੍ਰਾਸ ਕਰਕੇ ਆਉਂਦੇ ਆ, ਖਾਸ ਕਰਕੇ ਇੰਡੀਆ ਵਗੈਰਾ ਤੋਂ, ਉਹਨਾਂ ਨੂੰ ਅਜੇ ਵੀ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ ਆਪਣੇ ਕਿਸੇ ਜਿਹੜਾ ਬੰਦਾ ਬਾਹਰ ਜ਼ਿੰਮੇਵਾਰੀ ਦਿੰਦਾ ਉਹਦੇ ਕੋਲ। ਤੇ ਜਿਨ੍ਹਾਂ ਦੀ ਉਮਰ 21 ਤੋਂ ਉੱਪਰ ਹੈਗੀ ਆ ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਹੈਗੇ ਨੇ ਡਿਟੈਂਸ਼ਨ ਸੈਂਟਰ ਉੱਥੇ ਲਿਜਾਇਆ ਜਾਂਦਾ। ਉੱਥੇ ਕਈ ਵਾਰ ਤਾਈਸ ਬਾਉਂਡ ਕਰ ਦਿੰਦੀ ਹੈ, ਕਈ ਵਾਰੀ ਉੱਦਾਂ ਹੀ ਛੱਡ ਦਿੰਦੇ ਆ, ਕਈ ਵਾਰ ਇਮੀਗ੍ਰੇਸ਼ਨ ਜੱਜ ਜਿਹੜਾ ਉਹ ਬਾਉਂਡ ਕਰਦਾ। ਤੇ ਇੱਕ ਖਬਰ ਹੈਗੀ ਹੈ ਜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ। ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇੱਕ ਡਿਸੀਜਨ ਪਬਲਿਸ਼ ਕੀਤਾ ਆ ਕਿ ਵਾਟ ਲਾਅ ਸ਼ੁੱਡ ਐਨ ਇਮੀਗ੍ਰੇਸ਼ਨ ਜੱਜ ਅਪਲਾਈ ਵੈਨ ਡਿਸਾਈਡਿੰਗ ਦ ਕੇਸ ਆਫ ਅ ਨਾਨ ਸਿਟੀਜ਼ਨ ਫੇਸਿੰਗ ਰਿਮੂਵਲ। ਉਹ ਇਹ ਕਹਿੰਦੇ ਆ ਵੀ ਕਿਹੜੇ ਸਰਕਟ, ਕਿਉਂਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਇਹ ਡਿਫਰੈਂਟ ਸਟੇਟਾਂ 'ਚ ਨੇ, ਤੇ ਹਰੇਕ ਜਿਹੜੀ ਸਟੇਟ ਆ ਉਹਦੀ ਜਿਹੜੀ ਕੋਰਟ ਆਫ ਅਪੀਲ ਉਹਦਾ ਵੱਖਰਾ ਸਰਕਟ ਆ। ਜਿਵੇਂ ਹੁਣ ਕੈਲੀਫੋਰਨੀਆ ਸਟੇਟ ਹੈਗੀ ਆ, ਵਾਸ਼ਿੰਗਟਨ ਸਟੇਟ ਆ, ਓਰੇਗਨ ਆ, ਐਰੀਜ਼ੋਨਾ, ਇਹਨਾਂ ਦਾ ਹੈਗਾ 9 ਸਰਕਟ, ਨਿਊਯਾਰਕ ਦਾ 2nd ਸਰਕਟ ਆ, ਨਿਊ ਜਰਸੀ ਵਗੈਰਾ 3rd ਸਰਕਟ, ਇਸ ਤਰ੍ਹਾਂ। ਤੇ ਉਹ ਇਹ ਕਹਿ ਰਹੇ ਆ ਵੀ ਰੂਲ ਇਹ ਆ ਜਨਰਲੀ ਕਿ ਜਿਹੜੇ ਸਰਕਟ ਦੇ ਵਿੱਚ ਕੋਰਟ ਆ, ਜਿਵੇਂ ਜਿਹੜੀ ਨਿਊਯਾਰਕ ਦੀ ਕੋਰਟ ਆ ਉਹ 2nd ਸਰਕਟ ਦੇ ਕੇਸ ਲਾਅ ਅਪਲਾਈ ਕਰੂਗੀ, ਜਿਹੜੀ ਕੈਲੀਫੋਰਨੀਆ ਵਾਲੀਆਂ ਕੋਰਟਾਂ ਨੇ ਉਹ 9 ਸਰਕਟ ਦਾ ਕਰਨਗੀਆਂ। ਸੋ ਦ ਇਮੀਗ੍ਰੇਸ਼ਨ ਜੱਜਸ ਐਂਡ BIA ਮਸਟ ਅਪਲਾਈ ਦ ਲਾਅ ਆਫ ਦ ਫੈਡਰਲ ਕੋਰਟ ਆਫ ਅਪੀਲਸ ਫॉर ਦ ਸਰਕਟ ਵੇਅਰ ਦ ਇਮੀਗ੍ਰੇਸ਼ਨ ਕੋਰਟ ਇਜ਼ ਲੋਕੇਟਡ। ਜਿੱਥੇ ਇਮੀਗ੍ਰੇਸ਼ਨ ਕੋਰਟ ਲੋਕੇਟਡ ਆ, ਹੀਅਰਿੰਗ ਹੋ ਰਹੀ ਆ, ਉਹਦਾ ਜਿਹੜਾ ਸਰਕਟ ਆ, ਉਹਦਾ ਜਿਹੜਾ ਲਾਅ ਹੈ ਜਾਂ ਜਿਹੜੇ ਕੇਸ ਡਿਸਾਈਡ ਹੋਏ ਆ, ਜਿਹੜਾ ਪ੍ਰੈਸੀਡੈਂਟ ਆ ਉਹ ਲਾਗੂ ਹੋਏਗਾ। ਇੱਕ ਕੇਸ ਸੀਗਾ ਮੈਟਰ ਆਫ ਗਰਸੀਆ। ਇਹਦੇ ਵਿੱਚ BIA ਨੇ ਇਹ ਕੰਸੀਡਰ ਕੀਤਾ ਵੀ ਉਹ ਜਿਹੜਾ ਕੇਸ ਸ਼ੁਰੂ ਹੋਇਆ ਉਹ ਫਿਲਾਡੈਲਫੀਆ ਸ਼ੁਰੂ ਹੋਇਆ, ਫਿਰ ਉਹ ਯਾਰਕ ਪੈਨਸਿਲਵੇਨੀਆ ਚਲਾ ਗਿਆ, ਤੇ ਉਹਨੇ ਜਿਹੜੀ ਐਵੀਡੈਂਸ ਹੈਗੀ ਉਹ ਸਾਰੀ ਦਿੱਤੀ ਉਹਨਾਂ ਕੋਰਟਾਂ ਦੇ ਵਿੱਚ, ਕਿਉਂਕਿ 3rd ਸਰਕਟ ਉੱਥੇ ਕੋਰਟ ਹੈ ਜਿਹਦੇ ਅੰਡਰ ਕਿ ਪੈਨਸਿਲਵੇਨੀਆ ਤੇ
ਜਿਹੜਾ ਨਿਊ ਜਰਜ਼ੀ ਆਉਂਦਾ, ਇਹ ਸਟੇਟਾਂ ਆਉਂਦੀਆਂ ਨੇ। ਤੇ ਲੇਕਿਨ ਜਿਹੜਾ ਇਮੀਗ੍ਰੇਸ਼ਨ ਜੱਜ ਨੇ ਕੇਸ ਸੁਣਿਆ, ਉਹਨੇ ਫੋਰਸਟਰ 'ਚ ਵਰਜੀਨੀਆ ਤੋਂ ਸੁਣਿਆ, ਜੱਜ ਵਰਜੀਨੀਆ 'ਚ ਸੀਗਾ ਜਿਹਨੇ ਰਿਮੋਟਲੀ ਸੁਣਿਆ ਬਾਏ ਵੈਬਐਕਸ। ਤੇ ਇਹਨਾਂ ਨੇ ਕਿਹਾ ਵੀ ਕਿਹੜੀ ਹੁਣ ਲਾਗੂ ਹੋਊਗਾ। ਉੱਥੇ ਸਰਕਟ ਹੋਰ ਆ, ਉਹ ਹੈਗਾ 4th ਸਰਕਟ। ਤੇ BIA ਨੇ ਕਿਹਾ ਹੁਣ ਕਿ ਜਿਹੜੀ ਇਮੀਗ੍ਰੇਸ਼ਨ ਕੋਰਟ ਪੈਨਸਿਲਵੇਨੀਆ ਫਿਲਾਡੈਲਫੀਆ ਹੈਗੀ ਆ, ਉਹ ਵਰਜੀਨੀਆ 'ਚ ਨਹੀਂ ਹੈਗੀ, ਤੇ ਇਮੀਗ੍ਰੇਸ਼ਨ ਜੱਜ ਵਰਜੀਨੀਆ 'ਚ ਸੀਗਾ। ਸੋ ਲੇਕਿਨ ਇਹ ਬੰਦਾ ਜਿਹੜਾ ਸੀ, ਇਹਦਾ ਕੇਸ ਪੈਨਸਿਲਵੇਨੀਆ ਚੱਲਿਆ। ਸੋ ਪੈਨਸਿਲਵੇਨੀਆ ਦਾ ਜਿਹੜਾ ਲਾ ਆ, ਜਿੱਥੇ ਇਹਦਾ ਓਰੀਜਨਲ ਕੇਸ ਹੇਅਰ ਹੋਇਆ ਜਾਂ ਜਿੱਥੇ ਇਹਦੇ ਖਿਲਾਫ ਕੇਸ ਚੱਲਦਾ ਸੀ, ਉਹ ਸਰਕਟ ਹੋਏਗਾ, ਨਾ ਕਿ ਜਿੱਥੇ ਜੱਜ ਬੈਠਦਾ ਉਹਦਾ। ਤੇ ਉਹਨਾਂ ਨੇ ਇਹ ਕਿਹਾ ਵੀ ਜਨਰਲੀ ਦਾ ਇਮੀਗ੍ਰੇਸ਼ਨ ਕੋਰਟ ਇਜ਼ ਲੋਕੇਟਡ ਵੇਅਰ ਦਾ ਇਮੀਗ੍ਰੇਸ਼ਨ ਚਾਰਜਿੰਗ ਡਾਕੂਮੈਂਟ ਇਜ਼ ਫਾਈਲਡ ਔਰ ਵੇਅਰ ਦਾ ਕੇਸ ਇਜ਼ ਟ੍ਰਾਂਸਫਰਡ। ਉਹ ਕਹਿੰਦੇ ਵੀ ਆਮ ਤੌਰ 'ਤੇ ਇਮੀਗ੍ਰੇਸ਼ਨ ਕੋਰਟ ਉੱਥੇ ਹੁੰਦੀ ਆ, ਪਰ ਇਸ ਕੇਸ ਦੇ ਵਿੱਚ ਨਹੀਂ ਸੀਗੀ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਲਾਅ ਹੈ ਉਹ ਅਪਲਾਈ ਉਹਦਾ ਹੋਏਗਾ ਜਿੱਥੇ ਇਹ ਕੇਸ ਚੱਲਦਾ, ਨਾ ਕਿ ਜਿੱਥੋਂ ਜੱਜ ਹੀਅਰਿੰਗ ਕਰ ਰਿਹਾ। ਤੇ ਇਸ ਕਰਕੇ ਇਹ ਉਹਨਾਂ ਨੇ ਫੈਸਲਾ ਦਿੱਤਾ। ਇਹ ਟੈਕਨੀਕਲ ਵਕੀਲਾਂ ਲਈ ਜਾਂ ਜਿਨ੍ਹਾਂ ਦੇ ਕੇਸ ਕੋਰਟਾਂ ਚੱਲਦੇ ਆ ਉਹਨਾਂ ਵਾਸਤੇ ਇੰਪੋਰਟੈਂਟ ਆ, ਕਿਉਂਕਿ ਅੱਜ ਕੱਲ੍ਹ ਕਈ ਵਾਰੀ ਇਹ ਹੁੰਦਾ ਕਿ ਜਿਹੜਾ ਕੇਸ ਹੋਰ ਜਗ੍ਹਾ ਹੁੰਦਾ ਤੇ ਜਿਹੜੇ ਜੱਜ ਹੈਗੇ ਉਹ ਹੋਰ ਕਿਸੇ ਸਟੇਟ ਤੋਂ ਸੁਣਦੇ ਆ ਉਹਨੂੰ ਵੈਬਐਕਸ ਦੇ ਰਾਹੀਂ। ਤੇ ਉਹ ਫਿਰ ਉਹ ਕਹਿੰਦੇ ਵੀ ਜਿੱਥੇ ਕੇਸ ਚੱਲ ਰਿਹਾ ਜਿਹੜੀ ਜੁਰਿਸਡਿਕਸ਼ਨ 'ਚ, ਉਹਦਾ ਜਿਹੜਾ ਸਰਕਟ ਦਾ ਲਾ ਹੋਊਗਾ, ਨਾ ਕਿ ਜੱਜ ਵਾਲੇ ਦਾ ਵੀ ਜੱਜ ਕਿਹੜੀ ਜੁਰਿਸਡਿਕਸ਼ਨ 'ਚ ਹੈ। ਸੋ ਅਗਲੀ ਖਬਰ ਹੈਗੀ ਜੀ ਸਿਟੀਜ਼ਨਸ਼ਿਪ ਬਾਰੇ। ਵੀ ਸਿਟੀਜ਼ਨਸ਼ਿਪ ਦੀਆਂ ਜਿਵੇਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ ਵੀ ਡੇਟਾ ਹੁਣ ਜਲਦੀ ਆ ਰਹੀਆਂ ਨੇ। ਸੋ 3 ਤੋਂ 6 ਮਹੀਨੇ ਲੱਗ ਰਹੇ ਆ ਉਹਨਾਂ ਨੂੰ ਜਿਹੜੀਆਂ ਡੇਟਾ ਹੈਗੀਆਂ ਉਹ ਆਉਣ ਲਈ, ਤੇ ਥੋੜ੍ਹਾ ਫਾਸਟ ਹੋਇਆ ਅੱਗੇ ਨਾਲੋਂ। ਸੋ ਜਿਹੜੇ ਮੈਡੀਕਲ ਦੀ ਬੇਸ 'ਤੇ ਅਪਲਾਈ ਕਰਦੇ, ਜਿਹਨਾਂ ਨੂੰ ਇੰਗਲਿਸ਼ ਵਗੈਰਾ ਨਹੀਂ ਆਉਂਦੀ, ਉਹਨਾਂ ਦਾ ਡਾਕਟਰ ਜਿਹੜਾ N648 ਫਾਰਮ ਭਰ ਕੇ ਦਿੰਦਾ, ਉਹਨਾਂ ਬਾਰੇ ਇਹ ਆ ਕਿ ਉਹ ਥੋੜ੍ਹਾ ਜਿਹਾ ਫਾਸਟ ਜਿਹੜਾ ਉਹ ਹੁਣ ਹੋ ਰਿਹਾ, ਤੇ ਉਹਨੂੰ ਅਪਰੂਵਲ ਰੇਟ ਵੀ ਉਹਨਾਂ ਦਾ ਦੂਜਿਆਂ ਨਾਲੋਂ ਜਿਹੜਾ ਉਹ ਜ਼ਿਆਦਾ। ਇਹ ਤਾਂ ਸੀਗੀਆਂ ਜੀ ਇੰਪੋਰਟੈਂਟ ਖਬਰਾਂ। ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾ ਸਵਾਲ ਹੈ ਜੀ, ਉਹ ਕਹਿ ਰਹੇ ਆ ਕਿ ਮੇਰੀ ਵਾਈਫ ਤੇ 2 ਅਡਲਟ ਡਾਟਰਸ ਨੇ ਅਸਾਈਲਮ ਅਪਲਾਈ ਕੀਤਾ ਸੀ 22 ਦੇ ਵਿੱਚ, ਤੇ ਸਾਨੂੰ ਵਰਕ ਪਰਮਿਟ ਸੋਸ਼ਲ ਸਿਕਿਉਰਿਟੀ ਨੰਬਰ ਮਿਲ ਗਿਆ, ਸਾਡਾ ਵੈਲਿਡ ਵੀਜ਼ਾ ਸੀਗਾ। ਤੇ ਮੈਂ ਹੁਣ ਮੇਰੇ ਕੋਲ ਵੀਜ਼ਾ, ਕੀ ਮੈਂ ਜਾ ਸਕਦਾ? ਹਾਂਜੀ, ਉਹ ਤੁਹਾਨੂੰ ਰੋਕਣ ਦਾ ਨਹੀਂ ਲੱਗੇ, ਪਰ ਫਿਰ ਵੀ ਤੁਹਾਨੂੰ ਪੁੱਛ ਸਕਦੇ ਆ ਉਹ ਕਿ ਤੁਹਾਡੇ ਜਿਹੜੇ ਵਾਈਫ ਤੇ ਬੱਚੇ ਇੱਥੇ ਰਹਿ ਗਏ, ਤੁਸੀਂ ਵੀ ਰਹਿ ਜਾਣਾ। ਐਂਟਰੀ ਦੇਣ ਤੋਂ ਨਾ ਕਰ ਸਕਦੇ ਆ, ਉਹਨਾਂ ਦੀ ਮਰਜ਼ੀ ਆ। ਸੋ ਇਹਦੇ 'ਚ ਤੁਹਾਨੂੰ ਉਹਨਾਂ ਬਾਰੇ ਕੁਐਸਚਨ ਜੋ ਤੁਸੀਂ ਐਂਟਰ ਕਰੋਗੇ ਇਹ ਜ਼ਰੂਰ ਹੋ ਸਕਦਾ, ਪਰ ਤੁਹਾਡਾ ਵੀਜ਼ਾ ਜੇ ਇੱਦਾਂ ਇਹਦੇ ਕਰਕੇ ਕੈਂਸਲ ਨਹੀਂ ਹੁੰਦਾ। ਪਰ ਜੇ ਉਹਨਾਂ ਨੇ ਰੋਕਦਾ ਤੁਹਾਨੂੰ ਨਾ ਐਂਟਰ ਹੋਣ ਦਿੱਤਾ, ਫਿਰ ਵੀਜ਼ਾ ਵੀ ਕੈਂਸਲ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਟਾਈਟਲ 42 ਕਿਹੜੀਆਂ ਕੰਟਰੀਆਂ 'ਤੇ ਅਪਲਾਈ ਹੁੰਦਾ? ਟਾਈਟਲ 42 ਜ਼ਿਆਦਾ ਜਿਹੜੀਆਂ ਕੰਟਰੀਜ਼ ਹੈਗੀਆਂ, ਜਿਵੇਂ ਵੈਨਜ਼ੂਏਲਾ ਹੋ ਗਿਆ, ਨਿਕਾਰਾਗੁਆ ਹੋ ਗਿਆ, ਹੇਟੀ ਹੋ ਗਿਆ, ਉਦੋਂ ਬਾਅਦ ਜਿਹੜੀਆਂ ਚਿਲੀ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਇਹੋ ਜਿਹੀਆਂ ਕੰਟਰੀਆਂ 'ਤੇ ਲਾਗੂ ਹੁੰਦਾ। ਜਿਹੜੇ ਆਪਣੇ ਲੋਕ ਇੰਡੀਆ ਵਗੈਰਾ ਤੋਂ ਆਉਂਦੇ ਆ, ਇੰਡੀਆ ਪਾਕਿਸਤਾਨ ਜਾਂ, ਉਹਨਾਂ ਦੇ ਟਾਈਟਲ 42 ਅਜੇ ਤੱਕ ਇਹਨਾਂ ਨੇ ਲਾਗੂ ਨਹੀਂ ਕੀਤਾ, ਪਰ ਕਰ ਸਕਦੇ ਆ। ਉਹ ਟਾਈਟਲ 42 ਦਾ ਜਰਨਲ ਲਾਅ ਹੈਗਾ, ਉਹ ਕਿਸੇ ਖਾਸ ਕੰਟਰੀ ਵਾਸਤੇ ਨਹੀਂ ਆ। ਉਹ ਇਹ ਆ ਵੀ ਜਿਹੜੀ ਅਥਾਰਟੀ ਆ ਉਹ ਕਿਸੇ ਨੂੰ ਵੀ ਜਦੋਂ ਬੰਦਾ ਕੋਈ ਐਂਟਰ ਕਰਦਾ ਉਹ ਰੋਕ ਸਕਦੀ ਹੈ, ਕਹਿ ਕੇ ਕਿ ਇੱਥੇ ਜਿਹੜਾ ਬਿਮਾਰੀ ਜਿਹੜੀ ਆ ਉਹ ਫੈਲਾਉਣ ਦਾ ਮਤਲਬ ਖਦਸ਼ਾ ਆ। ਤੇ ਇਹ ਪਹਿਲਾਂ ਜਿਹੜੀ ਪਿਛਲੀ ਸਰਕਾਰ ਸੀਗੀ ਉਹਨੇ ਇਨਵੋਕ ਕੀਤਾ ਸੀ, ਟਰੰਪ ਨੇ, ਉਦੋਂ, ਕਿ ਇੱਥੇ ਦਾ ਜੀ ਜਿਹੜਾ ਪੈਂਡੈਮਿਕ ਹੈ, ਇਹਦੇ ਕਰਕੇ ਇਹ ਬੰਦੇ ਆਉਣਗੇ, ਪੈਂਡੈਮਿਕ ਹੋਰ ਫੈਲੇਗਾ। ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਖਤਮ ਕਰਨ ਦੀ, ਪਰ ਉਹ ਹੁਣ ਜਿਹੜੀਆਂ ਕੋਰਟਾਂ ਨੇ ਉਹਨਾਂ ਨੇ ਨਹੀਂ ਇਹਨੂੰ ਸਟਾਪ ਕਰਨ ਦਿੱਤਾ। ਪਰ ਜਿਹੜਾ ਸਰਕਾਰ ਇਹਨੂੰ ਲਾਗੂ ਕਰ ਰਹੀ ਆ, ਉਹ ਜਿਹੜੀਆਂ ਸੈਂਟਰਲ ਅਮਰੀਕਨ ਕੰਟਰੀਜ਼ ਨੇ ਉਹਨਾਂ ਦੇ ਕਰ ਰਹੀ ਆ, ਪਰ ਜੇ ਚਾਹੇ ਤਾਂ ਕਿਸੇ ਦੇ ਵੀ ਕਰ ਸਕਦੀ ਆ, ਪਰ ਅਜੇ ਤੱਕ ਉਹਨਾਂ ਦੇ ਲਾਗੂ ਹੈ। ਅਗਲਾ ਸਵਾਲ ਹੈ ਜੀ ਕਿ B1 B2 ਵਾਲਿਆਂ ਦੀ ਕੀ ਪੋਜੀਸ਼ਨ? ਉਹਦੇ ਵਾਸਤੇ ਪੋਜੀਸ਼ਨ ਇਹੀ ਆ ਜੀ ਕਿ ਇੰਟਰਵਿਊ ਵਗੈਰਾ ਉਹਨਾਂ ਦੀ ਜਿਹੜੀ ਆ ਉਹ ਅੱਜ ਕੱਲ੍ਹ ਡੇਟਾਂ ਲੰਬੀਆਂ ਮਿਲ ਰਹੀਆਂ ਨੇ, ਤੇ ਜੇ ਡੇਟ ਮਿਲ ਜਾਵੇ ਤਾਂ ਫਿਰ ਵੀਜ਼ਾ ਮਿਲ ਜਾਂਦਾ, ਨਾ ਵੀ ਹੋ ਜਾਂਦੀ ਆ, ਪਰ ਅਜੇ ਡੇਟਾਂ ਇੱਕਦਮ ਨਹੀਂ ਮਿਲ ਰਹੀਆਂ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਸਾਈਲਮ ਆਫਿਸ ਦੀਆਂ ਇੰਟਰਵਿਊ ਇੰਨਾ ਟਾਈਮ ਲੱਗ ਰਿਹਾ, ਉਹ ਕਿਉਂ ਨਹੀਂ ਆ ਰਹੀਆਂ? ਉਹਦਾ ਕਾਰਨ ਇਹ ਹੈ ਜੀ ਕਿ ਇਹਨਾਂ ਕੋਲ ਆਫਿਸਰਸ ਨਹੀਂ ਹੈਗੇ ਤੇ ਕੇਸ ਜ਼ਿਆਦਾ, ਤਾਂ ਇਹ ਕਹਿ ਰਹੇ ਅਸੀਂ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਆਫਿਸਰ ਅਸੀਂ ਹਾਇਰ ਕਰ ਰਹੇ ਹਾਂ, ਉਹਦੇ ਕਰਕੇ ਇੰਟਰਵਿਊਜ਼ ਨਹੀਂ ਆ ਰਹੀਆਂ, ਪਰ ਆਉਣੀਆਂ ਚਾਹੀਦੀਆਂ ਜੀ। ਅਗਲਾ ਸਵਾਲ ਇਹ ਹੈਗਾ ਜੀ ਕਿ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਡੇਟਾਂ ਨੇ ਉਹ ਹੁਣ ਕਿੰਨੇ ਮਹੀਨੇ 'ਚ ਆ ਰਹੀਆਂ? ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ, ਫਾਸਟ ਹੋ ਗਿਆ ਇਹ। ਇਹਦੇ ਬਾਰੇ ਮੈਂ ਰੈਗੂਲਰ ਅਪਡੇਟ ਦਿੰਦਾ ਹਰ ਪ੍ਰੋਗਰਾਮ 'ਚ ਕਿ ਹੁਣ ਜਿਹੜੀਆਂ ਡੇਟਾਂ 3 ਤੋਂ 6 ਮਹੀਨੇ 'ਚ ਆ ਰਹੀਆਂ ਨੇ, ਤੇ ਜਿਨ੍ਹਾਂ ਦੇ ਮੈਡੀਕਲ ਦੇ ਫਾਰਮ ਹੈਗੇ ਆ N648 ਉਹ ਵੀ ਹੁਣ ਜ਼ਿਆਦਾ ਅੱਗੇ ਨਾਲੋਂ ਐਕਸੈਪਟ ਹੋ ਰਹੇ ਆ। ਅਗਲਾ ਸਵਾਲ ਹੈ ਜੀ ਕਿ ਸਾਡਾ ਜਿਹੜਾ ਹੈਗਾ ਉਹ ਏਜ ਲਿਮਿਟ ਕੀ ਹੈਗੀ ਆ ਗਾਰਡੀਅਨਸ਼ਿਪ ਦੇ ਕੇਸ ਦੀ? ਏਜ ਲਿਮਿਟ ਅੱਡ-ਅੱਡ ਸਟੇਟਾਂ 'ਚ ਵੱਖਰੀ ਹੈ ਜੀ, ਪਰ ਕੈਲੀਫੋਰਨੀਆ ਦੇ ਵਿੱਚ ਜਾਂ ਨਿਊਯਾਰਕ 'ਚ ਏਜ ਲਿਮਿਟ 21 ਆ, ਪਰ ਕਈ ਸਟੇਟਾਂ 'ਚ 18 ਵੀ ਹੈਗੀ ਹੈ।
ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਹਾਂ, ਮੈਂ ਆਪਣੇ ਭਰਾ ਦੀ ਫੈਮਿਲੀ ਨੂੰ ਅਪਲਾਈ ਕਰਨਾ ਚਾਹੁੰਦਾ ਤੇ ਇੱਥੇ ਉਹ ਫਿਰ ਜੇ ਮੈਂ ਅਪਲਾਈ ਕਰੂੰਗਾ ਤਾਂ ਸਟੂਡੈਂਟ ਵੀਜ਼ੇ ਤੇ ਉਹ ਤੇ ਉਹਦੀ ਫੈਮਿਲੀ 'ਚੋਂ ਕੋਈ ਆ ਸਕਦਾ। ਦੇਖੋ ਤੁਸੀਂ ਇਮੀਗ੍ਰੇਟ ਪਟੀਸ਼ਨ ਕਰ ਸਕਦੇ ਹੋ, F4 ਕੈਟੇਗਰੀ ਆ, ਬਹੁਤ ਜ਼ਿਆਦਾ ਸਲੋ ਆ, ਜੇ 2005 ਹੀ ਚੱਲ ਰਿਹਾ ਤੇ ਲੇਕਿਨ ਜੇ ਤੁਸੀਂ ਅਪਲਾਈ ਕਰੋਗੇ ਉਹ ਵਿਜ਼ਟਰ ਵੀਜ਼ੇ ਲਈ ਜਾਂ ਸਟੂਡੈਂਟ ਵੀਜ਼ੇ ਲਈ ਅਪਲਾਈ ਤਾਂ ਕਰ ਸਕਦੇ ਆ, ਪਰ ਨਾ ਹੋ ਸਕਦੀ ਆ ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਵੀ ਇਹਨਾਂ ਦਾ ਜਿਹੜਾ ਇਹ ਹੈਗਾ ਵੀ ਇਹਨਾਂ ਨੇ ਉੱਥੇ ਰੁਕ ਜਾਣਾ, ਵਾਪਸ ਨਹੀਂ ਆਉਣਾ ਕਿਉਂਕਿ ਇਹਨਾਂ ਦਾ ਇਮੀਗ੍ਰੈਂਟ ਪਟੀਸ਼ਨ ਹੋਈ ਆ, ਸੋ ਉਹਦੇ ਕਰਕੇ ਨਾ ਹੋਣ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ। ਅਗਲਾ ਸਵਾਲ ਜੀ ਕਿ ਮੈਂ ਆਪਣੇ ਭਰਾ ਦਾ ਅਪਲਾਈ ਕੀਤਾ ਜੀ ਜੁਲਾਈ 2006 'ਚ ਤੇ ਕੋਈ ਲੈਟਰ ਨਹੀਂ ਆਇਆ, ਇਹਦੇ ਬਾਰੇ ਤੁਸੀਂ ਇਨਕੁਆਇਰੀ ਕਰੋ ਜੀ। ਜੋ ਅਸੀਂ ਅਪਲਾਈ ਕੀਤਾ ਤੁਹਾਨੂੰ ਪਹਿਲਾਂ ਇਨੀਸ਼ੀਅਲ ਆਇਆ ਹੋਣਾ ਤੇ ਇਹਦੇ ਬਾਰੇ ਤੁਹਾਨੂੰ ਪਤਾ ਕਰਨਾ ਚਾਹੀਦਾ ਕਿਉਂਕਿ ਜੇ 6 ਤੱਕ ਪਹੁੰਚੇ ਤਾਂ ਨਹੀਂ ਉਹ, ਪਰ ਡਾਕੂਮੈਂਟਸ ਮੰਗ ਰਹੇ 6 ਵਾਲਿਆਂ ਦੇ, ਸੋ ਤੁਸੀਂ ਇਹਦੇ ਬਾਰੇ ਜਿਹੜੀ ਆ ਉਹਨਾਂ ਨਾਲ ਇਨਕੁਆਇਰੀ ਕਰੋ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਵੀ ਜਦੋਂ ਕੋਈ ਬੰਦਾ ਮੈਕਸੀਕੋ ਬਾਰਡਰ ਤੋਂ ਐਂਟਰ ਕਰਦਾ ਉਹਨੂੰ ਕੀ ਕੀ ਡਾਕੂਮੈਂਟ ਚਾਹੀਦੇ ਆ। ਡਾਕੂਮੈਂਟ ਤਾਂ ਕੋਈ ਉਹਦੇ ਵਾਸਤੇ ਏਡਾ ਖਾਸ ਨਹੀਂ ਚਾਹੀਦੇ ਹੁੰਦੇ, ਬੈਟਰ ਹੈ ਬੰਦੇ ਕੋਲ ਪਾਸਪੋਰਟ ਹੋਵੇ, ਆਪਣੇ ID ਡਾਕੂਮੈਂਟ ਹੋਣ ਵੀ ਉਹ ਕੌਣ ਆ ਕਿੱਥੋਂ ਆਇਆ, ਜਿਵੇਂ ਕਿ ਪਾਸਪੋਰਟ ਹੋ ਗਿਆ, ਆਧਾਰ ਕਾਰਡ ਵਗੈਰਾ ਇੱਦਾਂ ਦਾ ਹੋ ਗਿਆ। ਜੇ ਨਹੀਂ ਤਾਂ ਉਹਨਾਂ ਨੂੰ ਵੀ ਐਂਟਰੀ ਦੇ ਦਿੰਦੇ ਆ ਜਿਨ੍ਹਾਂ ਕੋਲ ਨਹੀਂ ਹੁੰਦੇ ਤੇ ਉਹ ਅੱਗੇ ਇਹਨਾਂ ਦੀ ਮਰਜ਼ੀ ਆ ਕਿ ਉਹਨਾਂ ਨੂੰ ਉੱਥੋਂ ਰਿਲੀਜ਼ ਕਰਨਾ ਹੈ ਕਿ ਇਮੀਗ੍ਰੇਸ਼ਨ ਜੱਜ ਕੋਲ ਬਾਉਂਡ ਕਰਨਾ ਕਿ ਆਈਸ ਵਾਲਾ ਨਹੀਂ ਕਰਨਾ, ਪਰ ਕਈਆਂ ਦਾ ਬੌਂਡ ਹੁੰਦਾ, ਕਈਆਂ ਨੂੰ ਬਿਨਾਂ ਬੌਂਡ ਤੋਂ ਵੀ ਛੱਡ ਦਿੰਦੇ ਆ, ਸੋ ਇਹ ਉਹਨਾਂ ਦੀ ਜਿਹੜੀ ਮਰਜ਼ੀ ਹੈਗੀ ਆ। ਅਗਲਾ ਸਵਾਲ ਹੈ ਜੀ ਕਿ ਜੇ ਕੋਈ ਬੰਦਾ ਵਿਜ਼ਟਰ ਵੀਜ਼ੇ ਤੇ ਆਉਂਦਾ B1 B2 ਤੇ ਕੀ ਇੱਥੇ ਜੌਬ ਲਈ ਅਪਲਾਈ ਕਰ ਸਕਦਾ? ਨਹੀਂ ਕਰ ਸਕਦਾ ਜੀ ਜੌਬ ਲਈ ਅਪਲਾਈ, ਕਿਉਂਕਿ ਜਿਹੜਾ ਵਿਜ਼ਟਰ ਆ ਉਹ ਇੱਥੇ ਸਿਰਫ ਘੁੰਮਣ ਫਿਰਨ ਲਈ ਆ ਸਕਦਾ, ਪਰ ਵਾਪਸ ਜਾਣਾ ਪੈਂਦਾ ਟਾਈਮ ਤੇ, ਉਹ ਜੌਬ ਲਈ ਅਪਲਾਈ ਨਹੀਂ ਕਰ ਸਕਦਾ। ਜੌਬ ਵਾਸਤੇ ਇੱਥੇ ਜਿਵੇਂ ਮੈਂ ਦੱਸ ਕੇ ਹਟਿਆ H1B ਵਗੈਰਾ ਵੀਜ਼ੇ ਹੈਗੇ ਆ, R1 H1B ਦਾ ਜਿਹੜਾ ਕੈਪ ਆ ਇੱਕ ਜਿਹੜੀ ਲਿਮਿਟ ਹੈਗੀ ਉਹ ਰੀਚ ਹੋ ਗਈ ਆ ਹੁਣ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਦੇ ਬਾਰੇ। ਅਗਲਾ ਸਵਾਲ ਹੈ ਜੀ ਕਿ 2011 'ਚ ਅਪਲਾਈ ਕੀਤਾ F4 ਕੈਟੇਗਰੀ ਦਾ ਕਿੰਨਾ ਟਾਈਮ ਲੱਗੇਗਾ? ਅਜੇ ਤਾਂ 2005 ਚੱਲ ਰਿਹਾ ਜੀ, ਸੋ ਕਾਫੀ ਟਾਈਮ ਲੱਗੇਗਾ, ਹੋ ਸਕਦਾ ਹੋਰ 5-6 ਸਾਲ 7 ਸਾਲ ਵੀ ਲੱਗ ਸਕਦੇ ਆ ਜੀ, ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਕੇਸਾਂ 'ਚ ਕਿੰਨਾ ਟਾਈਮ ਲੱਗਦਾ ਗ੍ਰੀਨ ਕਾਰਡ ਮਿਲਣ ਨੂੰ? ਟਾਈਮ ਲੱਗਦਾ ਜੀ ਗਾਰਡੀਅਨਸ਼ਿਪ 'ਚ ਪਹਿਲਾਂ ਤਾਂ ਜਿਹੜੀ ਲੋਕਲ ਕੋਰਟ ਹੈਗੀ ਆ ਉੱਥੇ ਕੇਸ ਅਪਲਾਈ ਹੁੰਦਾ, ਜਿਹੜੀ ਲੋਕਲ ਜਿੱਥੇ ਡਿਵੋਰਸ ਵਗੈਰਾ ਦੇ ਕੇਸ ਲੱਗਦੇ ਆ ਤੇ ਉੱਥੇ ਤਕਰੀਬਨ 3 ਤੋਂ 6 ਮਹੀਨੇ ਉੱਥੇ ਲੱਗ ਜਾਂਦੇ ਆ, ਉਸ ਤੋਂ ਬਾਅਦ ਅੱਗੇ ਫਿਰ ਇਮੀਗ੍ਰੇਸ਼ਨ 'ਚ ਟਾਈਮ ਲੱਗਦਾ, ਸੋ ਅੱਗੇ ਸਾਲ 1.5 ਸਾਲ ਹੋਰ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ USA ਦੇ ਵਰਕ ਪਰਮਿਟ ਦੀ ਬੇਸ 'ਤੇ ਕੈਨੇਡਾ 'ਚ ਵੀਜ਼ਾ ਮਿਲ ਸਕਦਾ? ਇਹ 'ਚ ਕੋਈ ਸ਼ੋਰ ਨਹੀਂ ਹੈਗਾ, ਤੁਸੀਂ ਟਰਾਈ ਕਰ ਸਕਦੇ ਹੋ ਜੇ ਮਿਲ ਜਾਵੇ, ਪਰ ਕੋਈ ਕੈਨੇਡਾ ਵੱਖਰਾ ਮੁਲਕ ਆ, ਪਰ ਇਹ ਕੋਈ ਮਤਲਬ ਪੱਕਾ ਨਹੀਂ ਹੈ ਕਿ ਤੁਹਾਨੂੰ ਜੇ ਇੱਥੇ ਵਰਕ ਪਰਮਿਟ ਦਾ ਕੈਨੇਡਾ 'ਚ ਵੀਜ਼ਾ ਮਿਲ ਜੂਗਾ। ਅਗਲਾ ਸਵਾਲ ਹੈ ਜੀ ਕਿ ਜੇ ਸਾਡਾ ਗ੍ਰੀਨ ਕਾਰਡ ਇੰਡੀਆ 'ਚ ਐਕਸਪਾਇਰ ਹੋ ਗਿਆ ਅਸੀਂ ਰਿਨਿਊ ਕਰ ਸਕਦੇ ਹੋ? ਹਾਂਜੀ, ਤੁਸੀਂ ਉੱਥੇ ਐਮਬੈਸੀ ਨਾਲ ਕੰਟੈਕਟ ਕਰ ਸਕਦੇ ਹੋ। ਆਮ ਤੌਰ 'ਤੇ ਜਿਹੜਾ ਰਿਨਿਊਅਲ ਦਾ ਫਾਰਮ ਹੁੰਦਾ ਉਹ I-90 ਫਾਰਮ ਇੱਥੋਂ ਹੀ ਭਰਿਆ ਜਾਂਦਾ, ਪਰ ਤੁਸੀਂ ਉੱਥੇ ਐਮਬੈਸੀ ਜਿਹੜੀ ਆ ਅਮਰੀਕਨ ਐਮਬੈਸੀ ਨਾਲ ਕੰਟੈਕਟ ਕਰੋ ਇਹਦੇ ਬਾਰੇ। ਅਗਲਾ ਸਵਾਲ ਹੈ ਜੀ ਕਿ ਜਿਹੜਾ ਇਹ ਥਰਡ ਕੰਟਰੀ ਰੂਲ ਹੈਗਾ ਕਿ ਜਿਹੜੇ ਬੰਦੇ ਆਉਂਦੇ ਆ ਉਹਨਾਂ ਮੁਲਕਾਂ 'ਚੋਂ ਜਿੱਥੋਂ ਆਉਂਦੇ ਆ ਅਸਾਈਲਮ ਅਪਲਾਈ ਕਰਨ ਲਾਗੂ ਹੋਇਆ, ਅਜੇ ਉਹ ਸਰਕਾਰ ਨੇ ਪ੍ਰਪੋਜ਼ ਕੀਤਾ ਪਰ ਅਜੇ ਮੈਕਸੀਕੋ ਵਗੈਰਾ 'ਤੇ ਲਾਗੂ ਨਹੀਂ ਹੈ, ਪਰ ਸਰਕਾਰ ਕਰਨਾ ਚਾਹੁੰਦੀ ਹੈ ਲਾਗੂ ਵੀ ਜਿੱਥੋਂ ਲੰਘ ਕੇ ਆਇਆ ਉੱਥੇ ਅਸਾਈਲਮ ਕਰੇ, ਪਰ ਅਜੇ ਤੱਕ ਉਹ ਲਾਗੂ ਨਹੀਂ ਹੋਇਆ। ਅਗਲਾ ਸਵਾਲ ਹੈ ਜੀ ਕਿ ਮੈਂ ਡਰਾਈਵਰ ਲਾਇਸੈਂਸ ਅਪਲਾਈ ਕਰਨਾ ਚਾਹੁੰਦਾ, ਮੈਂ ਆਲਬਨੀ 'ਚ ਰਹਿੰਦਾ ਪਰ ਮੇਰਾ ਪਾਸਪੋਰਟ ਉਹਨਾਂ ਕੋਲੇ ਆ। ਪਾਸਪੋਰਟ ਤੁਸੀਂ ਉਹਨਾਂ ਨੇ ਦੇਣਾ ਨਹੀਂ ਤੁਹਾਨੂੰ, ਕਿਉਂਕਿ ਇੱਕ ਵਾਰੀ ਉਹ ਰੱਖ ਲੈਂਦੇ ਫਿਰ ਉਹ ਕੇਸ ਦਾ ਆਊਟਕਮ ਦੇਖਦੇ, ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਮੈਨੂੰ ਲਿਮਿਟਡ ਟਾਈਮ ਲਈ ਚਾਹੀਦਾ, ਲੇਕਿਨ ਹੋ ਸਕਦਾ ਉਹ ਨਾ ਦੇਣ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ। ਅਗਲਾ ਸਵਾਲ ਹੈ ਜੀ ਕਿ ਸਾਡੇ ਕੋਲੇ B1 B2 ਵੀਜ਼ਾ ਹੈਗਾ ਤਾਂ ਅਸੀਂ ਗ੍ਰੀਨ ਕਾਰਡ ਕਿੱਦਾਂ ਲੈ ਸਕਦੇ ਹਾਂ? ਗ੍ਰੀਨ ਕਾਰਡ ਤਾਂ ਆਪਣੇ ਆਪ ਨਹੀਂ ਜੀ ਮਿਲਦਾ, ਉਹਦੇ ਵਾਸਤੇ ਕੋਈ ਨਾ ਕੋਈ ਕੇਸ ਕਰਨਾ ਪੈਂਦਾ, ਜਿਵੇਂ ਕਈ ਲੋਕੀ US ਸਿਟੀਜ਼ਨ ਨਾਲ ਵਿਆਹ ਕਰਾ ਲੈਂਦੇ, ਉਹ ਕੇਸ ਹੁੰਦਾ। ਕਈ ਵਾਰੀ ਕਿਸੇ ਦਾ US ਸਿਟੀਜ਼ਨ ਇੱਥੇ ਬੱਚਾ ਹੁੰਦਾ 21 ਸਾਲ ਤੋਂ ਉੱਪਰ, ਆਪਣੇ ਪੇਰੈਂਟ ਨਹੀਂ ਕਰ ਸਕਦਾ, ਇਸ ਤਰ੍ਹਾਂ ਕਰਨਾ ਪੈਂਦਾ, ਹੋਰ ਕੋਈ ਇਹਦੇ 'ਚ ਤਰੀਕਾ ਹੈ ਨਹੀਂਗਾ। ਤੇ ਅਗਲਾ ਸਵਾਲ ਹੈ ਜੀ ਕਿ ਮੈਂ ਸਟੂਡੈਂਟ ਵੀਜ਼ੇ 'ਤੇ ਅਮਰੀਕਾ ਆਉਣਾ ਚਾਹੁੰਦੀ ਹਾਂ, ਕੀ ਆ ਸਕਦੀ ਹਾਂ? ਮੈਂ 12ਵੀਂ ਕਲਾਸ ਪਾਸ ਕੀਤੀ ਆ, ਆਉਣ ਨੂੰ ਤਾਂ ਕੋਈ ਵੀ ਆ ਸਕਦਾ ਜੀ, ਪਰ ਸਵਾਲ ਇਹ ਹੈ ਕਿ ਜਿਹੜੇ ਡਿਪੈਂਡ ਕਰੂਗਾ ਵੀ ਵੀਜ਼ਾ ਮਿਲੂ ਕਿ ਨਹੀਂ ਮਿਲੂ। ਆਮ ਤੌਰ ਜਿਹੜੇ ਹਾਇਰ ਸਟੱਡੀ ਕਰਨ ਆਉਂਦੇ ਆ ਉਹਨਾਂ ਨੂੰ ਚਾਂਸ ਜ਼ਿਆਦਾ ਵੀਜ਼ਾ ਮਿਲਣ ਦਾ, ਪਰ ਅਪਲਾਈ ਤੁਸੀਂ ਕਰਕੇ ਦੇਖ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ I-20 ਚਾਹੀਦਾ ਹੁੰਦਾ ਕਿਸੇ ਸਕੂਲ ਜਾਂ ਕਾਲਜ ਦਾ ਜਿਹੜੀ ਸਪਾਂਸਰਸ਼ਿਪ ਆ, ਅਤੇ ਨਾਲੇ ਇਹ ਸ਼ੋਅ ਕਰਨਾ ਪੈਂਦਾ ਵੀ ਤੁਹਾਡੇ ਕੋਲ ਮੀਨਸ ਹੈਗੇ ਆ ਇੱਥੇ ਰਹਿਣ ਦੇ, ਇੱਥੇ ਪੜ੍ਹਨ ਦੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ 2022 ਵਿੱਚ B1 B2 ਅਪਲਾਈ ਕੀਤਾ ਸੀ, ਅਜੇ ਇੰਟਰਵਿਊ ਕਦੋਂ ਆਊਗੀ? ਟਾਈਮ ਲੱਗੂਗਾ ਜੀ, ਕਈ ਕੇਸਾਂ ਦੇ ਵਿੱਚ ਸਾਲ 1.5 ਸਾਲ ਵੀ ਲੱਗ ਰਿਹਾ ਇੰਟਰਵਿਊ ਦਾ, ਸੋ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਮੇਰੇ ਅਸਾਈਲਮ ਕੇਸ ਦੇ ਬਾਇਓਮੈਟ੍ਰਿਕ ਨਹੀਂ ਆਏ ਅਤੇ ਮੇਰਾ ਕਲੌਕ 150 ਦਿਨ ਤੋਂ ਉੱਪਰ ਹੋ ਗਿਆ। ਜੇ ਤੁਹਾਡਾ ਕੋਰਟ 'ਚ ਕੇਸ ਚੱਲਦਾ ਤਾਂ ਬਾਇਓਮੈਟ੍ਰਿਕ ਡਿਲੇ ਅੱਜ ਕੱਲ੍ਹ ਬਹੁਤ ਜ਼ਿਆਦਾ ਡਿਲੇ ਹੈਗੀ ਆ,
ਸੋ ਉਹਨੂੰ ਟਾਈਮ ਲੱਗ ਸਕਦਾ, ਪਰ ਜਿਹੜੀ ਫਾਈਨਲ ਡੇਟ ਹੁੰਦੀ ਆ ਇੰਡੀਵਿਜੂਅਲ, ਉਸ ਤੋਂ ਪਹਿਲਾਂ ਬਾਇਓਮੈਟ੍ਰਿਕ ਹੋਣੇ ਚਾਹੀਦੇ ਰੂਲ ਆ। ਤੇ ਜੇ ਅਪਲਾਈ ਕੀਤੇ ਨੇ ਇਹਨੂੰ ਟਾਈਮ ਲੱਗ ਰਿਹਾ, ਅੱਜ ਕੱਲ੍ਹ ਡਿਲੇ ਹੈਗੀ ਆ, ਪਰ ਉਹਦੇ ਨਾਲ ਤੁਹਾਡੇ ਵਰਕ ਪਰਮਿਟ 'ਤੇ ਨਾ ਅਸਰ ਨਹੀਂ ਪੈਣਾ। ਸੋ ਇਹ ਉਹਨਾਂ ਨੇ ਕਰਨੇ ਆ ਬਾਇਓਮੈਟ੍ਰਿਕ, ਉਹਦੀ ਵੇਟ ਕਰੋ। ਅਗਲਾ ਸਵਾਲ ਹੈ ਜੀ ਕਿ ਕੀ ਜਿਹੜੇ ਬਾਰਡਰ ਦੇ ਰੂਲ ਚੇਂਜ ਹੋ ਰਹੇ ਆ, ਇਹਦਾ ਜੀ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ। ਇਹਨੇ ਪ੍ਰਪੋਜ਼ ਜ਼ਰੂਰ ਕੀਤਾ, ਜਿਵੇਂ ਹੁਣ ਟਾਈਟਲ 42 ਤਾਂ ਲਾਗੂ ਹੈ ਹੀ ਆ, ਪਰ ਜਿਹੜਾ ਬੰਦਾ ਇੱਥੋਂ ਲੰਘ ਕੇ ਆਉਂਦਾ ਪਹਿਲਾਂ ਉੱਥੇ ਕਰੇ। ਤੇ ਹੁਣ ਦੇਖਣ ਵਾਲੀ ਗੱਲ ਆ ਵੀ ਉਹ ਲਾਗੂ ਕਦੋਂ ਹੋਊਗਾ, ਜਾਂ ਕੋਈ ਨੂੰ ਕੋਰਟ ਲਾਗੂ ਕਰਨ ਦੇਗੀ ਕਿ ਨਹੀਂ। ਅਗਲਾ ਸਵਾਲ ਹੈ ਜੀ ਕਿ ਮੈਨੂੰ ਆਏ ਨੂੰ 6 ਮਹੀਨੇ ਤੋਂ ਉੱਤੇ ਹੋ ਗਏ, ਮੇਰਾ ਕੇਸ ਆਨਲਾਈਨ ਨਹੀਂ ਹੋਇਆ। ਆਨਲਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਉਹਨਾਂ ਨੇ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਪਾਇਆ, ਜੇ ਉਹਨਾਂ ਦੀ ਮਰਜ਼ੀ ਹੈ ਕਦੋਂ ਪਾਉਣਾ। ਸੋ ਜ਼ਿਆਦਾ ਟਾਈਮ ਵੀ ਲੱਗ ਸਕਦਾ। ਸੋ ਤੁਸੀਂ ਅਸੈਲਮ ਦੇ ਵਿੱਚ ਆਪਣਾ ਕੇਸ ਜਿਹੜਾ ਹੈਗਾ ਉਹ ਅਸੈਲਮ ਆਫਿਸ ਅੱਗੇ ਵੀ ਲਾ ਸਕਦੇ ਹੋ, ਜੇ ਨਹੀਂ ਉਹ ਤੁਹਾਡਾ ਕੋਰਟ ਦੇ ਵਿੱਚ ਸ਼ੋਅ ਅਪ ਹੋ ਰਿਹਾ, ਕਿਉਂਕਿ ਇਹ 'ਚ ਕੋਈ ਪੱਕੀ ਗਰੰਟੀ ਨਹੀਂ। ਬਾਕੀ ਤੁਸੀਂ ਆਈਸ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਵੀ ਮੇਰਾ ਜਿਹੜਾ ਐਂਟੀ ਇਸ਼ੂ ਕਰੋ, ਕੋਰਟ 'ਚ ਕੇਸ ਜਿਹੜਾ ਹੈਗਾ ਉਹ ਲਵਾਓ। ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਨੇ 2010 'ਚ ਅਪਲਾਈ ਕੀਤਾ ਸੀ, ਕਦੋਂ ਵਾਰੀ ਆਊਗੀ? ਇਹਦਾ ਜੀ ਅਜੇ 2005 ਚੱਲਦਾ, ਸੋ ਇਹਨੂੰ ਟਾਈਮ ਲੱਗੂਗਾ। ਹੁਣ ਇਹ ਨਹੀਂ ਪਤਾ ਵੀ ਕਿੰਨਾ ਟਾਈਮ ਲੱਗੇ, 6 ਸਾਲ ਵੀ ਲੱਗ ਸਕਦੇ, 7 ਸਾਲ ਵੀ ਲੱਗ ਸਕਦੇ ਆ। ਮੈਂ ਤੇ ਮੇਰੀ ਵਾਈਫ ਨੇ ਦੋਨਾਂ ਨੇ ਵਰਕ ਪਰਮਿਟ ਅਪਲਾਈ ਕੀਤਾ ਸੀ, ਤੇ 2 ਮਹੀਨੇ ਤੋਂ ਉੱਤੇ ਹੋ ਗਏ ਆ, ਤੇ ਮੇਰਾ ਆ ਗਿਆ, ਉਹਨਾਂ ਦਾ ਨਹੀਂ ਆਇਆ। ਇਹ ਇੱਦਾਂ ਹੀ ਹੈ ਜੀ, ਕਈ ਵਾਰ ਡਿਲੇ ਹੋ ਜਾਂਦੀ ਇਮੀਗ੍ਰੇਸ਼ਨ ਦੇ ਵਿੱਚ, ਤੁਸੀਂ ਉੱਥੋਂ ਇਨਕੁਆਇਰੀ ਕਰੋ। ਕਈਆਂ ਦਾ ਥੋੜ੍ਹਾ ਛੇਤੀ ਆ ਜਾਂਦਾ, ਕਈਆਂ ਨੂੰ ਟਾਈਮ ਲੱਗਦਾ, ਤੇ ਇਹ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰੀ ਇੰਟਰਵਿਊ 27 ਮਾਰਚ ਨੂੰ ਹੋਈ ਸੀ, ਪਰ ਉਹਨਾਂ ਨੇ ਮੇਰੇ ਤੋਂ 221G ਲੈਟਰ ਦਿੱਤਾ। ਹਾਂਜੀ, ਉਹਨਾਂ ਨੂੰ ਕੋਈ ਹੋਰ ਐਵੀਡੈਂਸ ਚਾਹੀਦੀ ਹੋਊਗੀ, ਜਾਂ ਕੋਈ ਹੋਰ ਰਿਕੁਆਇਰਮੈਂਟ ਅਜੇ ਲੋੜ ਆ, ਜਾਂ ਤੁਹਾਡੀ ਇਨਕੁਆਇਰੀ ਕਰ ਰਹੇ ਜਾਂ ਕੁਝ ਵੀ ਆ, ਤੇ ਉਹਦੇ ਕਰਕੇ ਉਹਨਾਂ ਨੇ ਕੀਤਾ। ਉਹ ਫਿਰ ਤੁਹਾਨੂੰ ਹੁਣ ਫੋਲੋ ਅਪ ਲਈ ਕਹਿਣਗੇ ਵੀ ਆਹ ਕਰੋ, ਤੇ ਉਹ ਤੁਹਾਨੂੰ ਜੇ ਕੋਈ ਚੀਜ਼ ਮੰਗਣਗੇ ਉਹ ਦੇਣੀ ਪੈਣੀ ਹੈ, ਜਾਂ ਹੋਰ ਜਿਹੜੀ ਕੋਈ ਵਜ੍ਹਾ ਹੋਊਗੀ ਇਹਦੀ, ਤੇ ਉਹ ਤੁਹਾਨੂੰ ਉਹਨਾਂ ਨਾਲ ਕੰਟੈਕਟ ਕਰਨਾ ਪਏਗਾ। ਅਗਲਾ ਸਵਾਲ ਹੈ ਜੀ ਕਿ ਜਿਹੜਾ ਬਾਰਡਰ ਕ੍ਰਾਸ ਕਰਕੇ ਆਉਂਦਾ, ਉਹਦੇ ਡਿਪੋਰਟ ਹੋਣ ਦੇ ਕਿੰਨੇ ਕੁ ਚਾਂਸ ਹੈ? ਡਿਪੋਰਟ ਐਂ ਨਹੀਂ ਜੀ ਹੁੰਦਾ, ਜਦੋਂ ਬੰਦਾ ਇੱਥੇ ਆਉਂਦਾ ਉਹਨੂੰ ਮੌਕਾ ਦਿੰਦੇ ਆ ਕੇਸ ਲੜਨ ਦਾ, ਪਰ ਜੇ ਉਹਦੇ ਬਿਆਨ ਫੇਲ ਹੋ ਜਾਣ ਅੰਦਰ ਹੀ, ਫਿਰ ਜਿਹੜਾ ਹੈਗਾ ਉਹ ਡਿਪੋਰਟੇਬਲ ਹੁੰਦਾ। ਜਾਂ ਜੇ ਕੇਸ ਅੰਦਰ ਲੜੇ ਤਾਂ ਉਹ ਫੇਲ ਹੋ ਜਾਵੇ, ਆਮ ਤੌਰ 'ਤੇ ਰਿਲੀਜ਼ ਕਰ ਦਿੰਦੇ ਆ ਬੌਂਡ ਵਗੈਰਾ 'ਤੇ, ਜਾਂ ਉੱਦਾਂ ਛੱਡ ਦਿੰਦੇ ਆ। ਸੋ ਇੱਦਾਂ ਹੀ ਨਹੀਂ ਹੈ ਵੀ ਜੇ ਕੋਈ ਆ ਗਿਆ ਤਾਂ ਉੱਥੇ ਡਿਪੋਰਟ ਕਰਤਾ, ਪਹਿਲਾਂ ਉਹਦੀ ਇੰਟਰਵਿਊ ਵਗੈਰਾ ਹੁੰਦੀ। ਜੇ ਬਿਆਨ ਫੇਲ ਹੋ ਜਾਣ ਫਿਰ ਚਾਂਸ ਡਿਪੋਰਟ ਹੋਣ ਦਾ ਹੋ ਜਾਂਦਾ। ਜਿਹਦੇ ਪਾਸ ਹੋ ਜਾਣ ਉਹਨਾਂ ਨੂੰ ਫਿਰ ਉਹ ਇੱਥੇ ਬਾਹਰ ਆਪਣਾ ਕੇਸ ਲਾ ਸਕਦਾ, ਜੇ ਨਾ ਛੱਡਣ ਤਾਂ ਅੰਦਰ ਹੀ ਉਹਨੂੰ ਕੇਸ ਆਪਣਾ ਜਿਹੜਾ ਹੈਗਾ ਉਹ ਲਾਉਣਾ ਪੈਂਦਾ ਆ। ਉਹ ਕਹਿੰਦੇ ਕਿ 2019 'ਚ ਡਿਪੋਰਟ ਹੋਇਆ ਸੀ ਜਾਰਜੀਆ ਕੈਂਪ ਤੋਂ, ਤੇ ਮੈਂ ਆ ਸਕਦਾ ਨਹੀਂ। ਉਹ ਡੈਪੂਟੇਸ਼ਨ ਸਰਟਨ ਟਾਈਮ ਦੀ ਹੁੰਦੀ ਆ ਜੀ, ਕਈਆਂ ਨੂੰ 5 ਸਾਲ ਦੀ ਲੱਗੀ, ਕਈਆਂ ਨੂੰ 10 ਸਾਲ ਦੀ ਹੁੰਦੀ ਆ। ਸੋ ਉਨੀ ਦੇਰ ਨਹੀਂ ਆ ਸਕਦੇ। ਜੇ ਆਓਗੇ ਤਾਂ ਤੁਹਾਨੂੰ ਉਹ ਫਿਰ ਦੁਬਾਰਾ ਡਿਪੋਰਟ ਜਿਹੜਾ ਹੈਗਾ ਉਹ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ F3 ਕੇਸ ਸਾਡਾ ਹੈਗਾ 2008 ਦੇ, ਸਾਡੇ ਜਿਹੜੇ ਅਪਲਾਈ ਹੋਇਆ, ਕਿੰਨਾ ਟਾਈਮ ਲੱਗੂਗਾ? 8 ਹੀ ਚੱਲ ਰਿਹਾ ਤੁਹਾਡਾ ਹੈਗਾ, ਨਵੰਬਰ 8 ਦਾ 8 ਚੱਲ ਰਿਹਾ, ਤੁਹਾਡੀ ਵਾਰੀ ਆਏਗੀ। ਪਰ ਹੋ ਸਕਦਾ ਵੀ ਜੇ ਆਹ ਸਾਲ ਜਾਵੇ, ਅਗਲੇ ਜਾਵੇ, ਪਰ ਉਹ ਵਾਰੀ ਤੁਹਾਡੀ ਜਿਹੜੀ ਆ ਉਹ ਆਉਣੀ ਚਾਹੀਦੀ ਆ। ਤੇ ਅਗਲਾ ਸਵਾਲ ਹੈ ਜੀ ਕਿ ਮੈਂ 1 ਮਹੀਨਾ ਪਹਿਲਾਂ ਵਰਕ ਪਰਮਿਟ ਅਪਲਾਈ ਕੀਤਾ ਸੀ, ਇਹਦੇ ਬਾਰੇ ਕੋਈ ਅਪਡੇਟ ਨਹੀਂ ਆਈ। ਇਹਨੂੰ ਟਾਈਮ ਲੱਗ ਜਾਂਦਾ ਕਈ ਵਾਰੀ, ਪਰ ਤੁਹਾਨੂੰ ਫਿਰ ਵੀ ਉੱਥੇ ਪਰਸਿਊ ਕਰਨਾ ਚਾਹੀਦਾ। ਤੁਸੀਂ ਉਹਦੇ ਬਾਰੇ ਪਤਾ ਕਰੋ, ਤੇ ਟਾਈਮ ਇਹਦੇ 'ਚ ਤਕਰੀਬਨ ਲੱਗ ਜਾਂਦਾ। ਤੇ ਇਹ ਇੱਕ ਆਖਰੀ ਸਵਾਲ ਅੱਜ ਦਾ ਹੈਗਾ, ਉਹ ਕਹਿੰਦੇ ਜੇ ਕੋਈ ਫੈਮਿਲੀ ਨਾਲ ਆਵੇ, ਬਾਰਡਰ ਕ੍ਰਾਸ ਕਰਕੇ ਡਿਪੋਰਟ ਤਾਂ ਨਹੀਂ ਕਰਦੇ? ਇਹ ਮੈਂ ਦੱਸ ਕੇ ਹਟਿਆ ਜੀ, ਇੱਦਾਂ ਡਿਪੋਰਟ ਨਹੀਂ ਕਰਦੇ। ਉਹ ਜਿਹਦਾ ਤੁਹਾਡੇ ਬਿਆਨ ਲੈਣ ਤੇ ਬਿਆਨ ਫੇਲ ਹੋ ਜਾਣ, ਫਿਰ ਉਹ ਤੁਹਾਡੇ ਕੋਲੇ ਇੱਕ ਮੌਕਾ ਹੁੰਦਾ ਇਮੀਗ੍ਰੇਸ਼ਨ ਜੱਜ ਕੋਲ ਤੁਹਾਨੂੰ ਪੇਸ਼ ਕਰਦੇ, ਉੱਥੇ ਵੀ ਫੇਲ ਹੋ ਜਾਣ ਤਾਂ ਫਿਰ ਉਹ ਡਿਪੋਰਟ ਕਰ ਸਕਦੇ ਆ। ਪਰ ਜੇ ਬਿਆਨ ਹੋਣ ਹੀ ਨਾ, ਜਾਂ ਬਿਆਨ ਤੁਹਾਡੇ ਪਾਸ ਹੋ ਜਾਣ ਜੇ ਹੋਏ ਆ, ਤਾਂ ਫਿਰ ਇੱਦਾਂ ਡਿਪੋਰਟ ਨਹੀਂ ਹੁੰਦਾ, ਉਹ ਰਿਲੀਜ਼ ਕਰ ਦਿੰਦੇ ਆ। ਹੁਣ ਅੱਡ ਅੱਡ ਹਿਸਾਬ ਆ, ਕਈਆਂ ਨੂੰ ਤਾਂ ਉੱਥੋਂ ਹੀ ਛੱਡ ਦਿੰਦੇ ਆ ਜਿਹੜੀ ਪਹਿਲੀ ਪੋਸਟ ਆ, ਕਈਆਂ ਨੂੰ ਉਹ ਜਿਹੜੇ ਇਮੀਗ੍ਰੇਸ਼ਨ ਦੇ ਸੈਂਟਰ ਹੈਗੇ ਆ ਉਹਨਾਂ 'ਚ ਲੈ ਜਾਂਦੇ ਹੈਗੇ ਆ, ਉੱਥੋਂ ਛੱਡਦੇ ਆ, ਤੇ ਇਹ ਡਿਪੈਂਡ ਉਹਨਾਂ 'ਤੇ ਕਰਦਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਵੀਕ ਫਿਰ ਮਿਲਾਂਗੇ ਇਸੇ ਤਰ੍ਹਾਂ। ਸਤਿ ਸ਼੍ਰੀ ਅਕਾਲ ਜੀ।